ਉਸ ਤੋਂ ਬਾਅਦ ਮੈਂ ਆਪ ਥਾਣੇ ਆ ਗਈ ਸੀ। ਉੱਥੇ ਆਣ ਕੇ ਤੇ ਦਰਖਾਸਤ ਲਗਾਈ ਸੀ ਤੇ ਇਹਨਾਂ ਨੂੰ ਬੁਲਾਇਆ ਸੀਗਾ ਤੇ ਇਹ ਨਹੀਂ ਸੀ ਗਿਆ। ਉੱਥੇ ਵਕਾਰ ਸਾਹਿਬ ਨੇ, ਵਕਾਰ ਸਾਹਿਬ ਕੋਲ ਸੀ ਸਬ ਮੇਰੀ। ਇੰਸਪੈਕਟਰ ਵਕਾਰ ਕੋਲ ਯਾਨੀ ਕਿ ਤੁਹਾਡੀ ਤਫਤੀਸ਼ ਹੋਏਗੀ ਸੀ। ਜੀ, ਜੀ, ਉਹਦੇ ਕੋਲ। ਤੁਸੀਂ ਉੱਥੇ ਗਏ ਚਲੇ ਮੁਖਾਲਫ ਪਾਰਟੀ ਨਹੀਂ ਗਈ? ਨਹੀਂ, ਉਹ ਨਹੀਂ ਗਿਆ। ਉਸ ਤੋਂ ਬਾਅਦ ਵੇਖੇ ਨਾ, ਮੈਨੂੰ ਵੀ ਉਹਨਾਂ ਕਿਹਾ ਚਲੇ ਜਾਓ ਤੁਸੀਂ, ਸੁਬਾਹ ਆ ਜਾਇਆ ਜੇ। ਤੇ ਦੂਸਰੇ ਦਿਨ ਫਿਰ ਅਸੀਂ ਗਏ ਆ ਤੇ ਉਹ ਜਿਹੜੀ ਸਾਡੀ ਜਿੰਨਾ ਮੈਨੂੰ ਮਾਰਿਆ ਸੀ ਉਹ ਵੀ ਉੱਥੇ ਖੜੇ ਸੀ ਬਾਹਰ ਹੀ, ਤੇ ਅਸੀਂ ਅੰਦਰ ਜਾ ਕੇ ਬਹਿ ਗਏ ਆ। ਤੇ ਉਹ ਜਿਹੜਾ ਸੀ ਪੁਲਿਸ ਵਾਲਾ ਵਕਾਰ ਸਾਹਿਬ, ਉਹਨੂੰ ਐਸਐਚ ਆਇਆ ਤੇ ਉਹਨੂੰ ਬਿਠਾ ਕੇ ਲੈ ਗਿਆ। ਤੇ ਅਸੀਂ ਉੱਥੇ ਸ਼ਾਮ ਤੱਕ ਬਹਿ ਬੂ ਕੇ, ਤੇ ਜਦੋਂ ਕੋਈ ਵੀ ਨਹੀਂ ਆਇਆ ਨਾ, ਫਿਰ ਮੈਂ ਫੋਨ ਕੀਤਾ ਉਹਨੂੰ ਵਕਾਰ ਨੂੰ। ਉਹਨੇ ਕਿਹਾ ਐਸਐਚ ਕੋਲ ਜਾਓ। ਐਸਐਚ ਦੇ ਕਮਰੇ 'ਚ ਗਿਆ ਤੇ ਐਸਐਚ ਵੀ ਕੋਈ ਨਾ ਤੇ ਵਕਾਰ ਵੀ ਕੋਈ ਨਾ। ਸ਼ਾਮ ਤੱਕ ਦਲੀਲੋ ਖਵਾਰ ਸ਼ਾਮ ਤੱਕ ਹੁੰਦੇ ਰਹੇ, ਉਸ ਤੋਂ ਬਾਅਦ ਘਰ ਚਲੇ ਗਏ। ਉਸ ਤੋਂ ਬਾਅਦ ਅਸੀਂ ਘਰ ਚਲੇ ਗਏ। ਮੁਖਾਲਫ ਵੀ ਘਰ ਚਲੇਗਾ, ਤੁਸੀਂ ਵੀ ਘਰ ਚਲੇ ਗਏ। ਹਾਂ, ਉਹ ਵੀ ਘਰ ਚਲੇ ਗਿਆ, ਅਸੀਂ ਵੀ ਘਰ ਚਲੇ ਗਏ। ਉਹ ਤੇ ਉਸੇ ਟਾਈਮ ਹੀ ਚਲੇ ਗਏ, ਉਹਨਾਂ ਨੂੰ ਤਾਂ ਪਤਾ ਸੀ। ਉਹਨਾਂ ਕਿਉਂਕਿ ਪਹਿਲੋਂ ਜ਼ਿਆਦਾ ਮੁਕਮਕਾ ਕਰ ਲਿਆ ਸੀ। ਹਾਂਜੀ, ਉਹ ਐਸਐਚ ਦੇ ਕੋਲ ਬੈਠੇ ਰਿਹਾ ਸੀ। ਐਸਐਚਓ ਕੋਲ ਬੈਠੇ ਰਹੇ ਨੇ ਤੇ ਐਸਐਚਓ ਬਾਅਦ ਤੇ ਉਹਨੂੰ ਵਕਾਰ ਨੂੰ ਵੀ ਨਾਲ ਲੈ ਗਿਆ। ਹਾਂਜੀ, ਐਸਐਚ ਦੇ ਕੋਲ ਬਹਿ ਕੇ ਤੇ ਉਹਨੇ ਵੇਖੇ ਨਾ, ਜਦੋਂ ਟਿਕਟੋਕਾਂ ਬਣਾ ਕੇ ਤੇ ਮੈਨੂੰ ਅਪਲੋਡ ਕੀਤੀਆਂ ਨੇ। ਅੱਛਾ, ਜਿਹੜਾ ਤੁਹਾਡਾ ਯਾਨੀ ਕਿ ਜਿਹਨੇ ਤੁਹਾਡੇ ਤੇ ਜ਼ੁਲਮ ਕੀਤਾ, ਉਹਨੇ ਐਸਐਚਓ ਨਾਲ ਬਹਿ ਕੇ ਟਿਕਟੋਕ ਬਣਾਈ? ਜੀ, ਉਹਨੇ ਟਿਕਟੋਕ ਬਣਾਈ ਐਸਐਚ ਨਾਲ। ਤੇ ਜਦੋਂ ਉਹਨੇ ਮੈਨੂੰ ਸੈਂਡ ਵੀਡੀਓ ਤੁਹਾਨੂੰ ਸੈਂਡ ਕੀਤੀ ਕਿ ਮੇਰੇ ਤਲਕ ਨੇ ਐਸਐਚਓ ਨਾਲ, ਆ ਵੇਖੋ ਮੈਂ ਉਹਦੇ ਨਾਲ ਬਹਿ ਕੇ ਵੀਡੀਓ ਬਣਾ ਕੇ ਆਇਆ। ਹਾਂਜੀ, ਹਾਂਜੀ, ਉਹਨੇ ਮੈਨੂੰ ਵੇਖੇ ਨੂੰ ਸੈਂਡ ਕੀਤੇ ਨੇ ਵੀ ਆ ਵੇਖੋ ਮੇਰੇ ਤਾਂ ਤਲਕ ਨੇ ਤੇ ਤੂੰ ਕੀ ਕਰ ਲੈਂਦੀ, ਤੇਰੇ ਕੋਲ ਕੀ ਹੈਗਾ, ਤੂੰ ਕੀ ਕਰ ਲੈਂਦੀ। ਉਸ ਤੋਂ ਬਾਅਦ ਪੁਲਿਸ ਨੇ ਤੁਹਾਡੀ ਕੋਈ ਸੁਣੀ ਜਾਂ ਨਹੀਂ ਸੁਣੀ? ਉਸ ਤੋਂ ਬਾਅਦ ਕਿਸੇ ਨੇ ਮੇਰੀ ਨਹੀਂ ਸੁਣੀ। ਮੈਂ ਖੁਦ ਫੋਨ ਕਰ ਕਰਕੇ ਪੁੱਛਦੀ ਰਹੀ ਹਾਂ ਕਦੋਂ ਟਾਈਮ ਹੈ, ਉਹਨਾਂ ਕਦੋਂ ਆਉਣਾ, ਮੈਂ ਆਵਾਂ। ਕਿਸੇ ਨੇ ਨਹੀਂ ਸੁਣੀ। ਫਿਰ ਵੇਖੇ ਨਾ, ਅਜੇ ਤੱਕ ਕੋਈ ਮੁਜਰਮ ਨਹੀਂ ਫੜੀ ਜਾਂ ਫੜੇ ਗਏ ਨੇ? ਕੋਈ ਵੀ ਨਹੀਂ ਫੜੀ। 25 ਤਰੀਕ ਨੂੰ ਫਿਰ ਉਵੇਂ ਹੀ ਲਗੇ ਫਿਰਦੇ ਨੇ। ਹਾਂਜੀ, ਉਵੇਂ ਹੀ ਲੱਗੇ ਫਿਰਦੇ ਨੇ। 25 ਤਰੀਕ ਨੂੰ ਇਹ ਵਾਕਿਆ ਹੈਗਾ, 22 ਤਰੀਕ ਦਾ। 25 ਤਰੀਕ ਵਾਲੇ ਦਿਨ ਆਣ ਕੇ ਤੇ ਫਿਰ ਉਹ ਮੇਰੇ ਗੱਲ ਪੈ ਗਏ ਨੇ। ਅੱਛਾ, 22 ਨੂੰ ਤੁਹਾਡੇ ਗੱਲ ਪੈ, 22 ਤਰੀਕ ਨੂੰ ਤੁਹਾਡੇ ਕੱਪੜੇ ਉਹਨਾਂ ਫਾੜ ਦਿੱਤੇ ਤੇ 25 ਨੂੰ ਦੁਬਾਰਾ ਫਿਰ ਪੈ ਗਿਆ। ਹਾਂਜੀ, 25 ਤਰੀਕ ਨੂੰ ਜਦੋਂ ਤੁਸੀਂ ਪਰਚਾ ਕਟਵਾ ਲਿਆ, ਐਫਆਈਆਰ ਕਰਵਾ ਲਈ, ਉਸ ਤੋਂ ਬਾਅਦ ਦੁਬਾਰਾ ਗੱਲ ਪੈ ਨਹੀਂ, ਨਹੀਂ, ਪਰਚਾ ਬਾਅਦ ਚ ਕਰਵਾਇਆ। 25 ਤਰੀਕ ਨੂੰ ਫਿਰ ਗੱਲ ਪੈ ਨੇ ਨਾ। ਅੱਛਾ, 25 ਨੂੰ ਫਿਰ ਦੁਬਾਰਾ ਗੱਲ ਪੈ ਹਾਂਜੀ, ਹਾਂਜੀ, ਵੀ ਪਹਿਲੇ ਕੁਛ ਨਹੀਂ ਸੀ ਹੁੰਦਾ ਪਿਆ ਨਾ, ਤੇ ਉਹਨਾਂ ਨੂੰ ਅੱਛਾ, ਪਹਿਲਾਂ ਤੁਸੀਂ ਐਪਲੀਕੇਸ਼ਨ ਦਿੱਤੀ ਸੀ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਗੱਲ ਪੈ ਗਿਆ। ਹਾਂਜੀ, ਉਸ ਤੋਂ ਬਾਅਦ ਵੀ ਤੁਸੀਂ ਦਰਖਾਸਤ ਕਿਉਂ ਦਿੱਤੀ? ਵੀ ਦਰਖਾਸਤ ਕਿਉਂ ਦਿੱਤੀ ਹੈ ਤੇ ਸਾਡਾ ਕੀ ਕਰ ਲਿਆ ਜਾਂ ਸਾਡਾ ਕੀ ਕਰ ਲਓ ਉਹਦੇ। ਅੱਛਾ, ਉਸ ਤੋਂ ਬਾਅਦ ਫਿਰ ਹਾਂ, ਉਹ ਸਾਡੇ ਘਰ ਆਣ ਕੇ ਗੱਲ ਪੈ ਗਿਆ ਤੇ ਮੇਰੇ ਤੇ ਫਿਰ ਉਹਨਾਂ ਤੁਹਾਡੇ ਤੇ ਤਸ਼ੱਦਦ ਕੀਤਾ ਜਾਂ ਨਹੀਂ ਤਸ਼ੱਦਦ ਕੀਤਾ? ਗਾਲੀ ਗਲੋਚੀ ਗਲੀਆਂ ਕੀਤੀਆਂ? ਨਹੀਂ, ਗੱਲ ਪੈ ਨੇ ਮੇਰੇ। ਤੇਰੇ ਪੈ ਗਿਆ। ਹਾਂਜੀ, ਬੱਚਿਆਂ ਨੇ ਫਿਰ ਸ਼ੋਰ ਕੀਤਾ ਤੇ ਰਾਹ ਦੇ ਉੱਤੇ ਹੀ ਘਰ ਹੈ ਤੇ ਲੋਕਾਂ ਲੰਘਦੇ ਟੱਪਦੇ ਆਣ ਕੇ ਤੇ ਛਡਵਾਇਆ। ਮੇਰਾ ਭਾਈ ਔਰ ਮੇਰੀ ਭੈਣ ਉਦੋਂ ਮੌਜੂਦ ਸੀ ਦੇ। ਅੱਛਾ, ਫਿਰ ਉਸ ਤੋਂ ਬਾਅਦ ਮੈਂ ਫਿਰ 1 ਤੇ ਕਾਲ ਕੀਤੀ ਤੇ ਵੀ ਇਸ ਤਰ੍ਹਾਂ ਉਦੋਂ ਵੀ ਗੱਲ ਪੈਣ ਲੜਾਈ ਹੋਈ ਹੈ। ਮੈਂ ਦਰਖਾਸਤ ਦਿੱਤੀ, ਕੋਈ ਨਹੀਂ ਮੇਰੀ ਸੁਣੀਂਦੀ ਪਈ। ਉਹਨਾਂ ਫਿਰ ਮੈਨੂੰ ਕਿਹਾ ਤੂੰ 1787 ਤੇ ਕਾਲ ਕਰ। ਉਸ ਤੋਂ ਬਾਅਦ ਫਿਰ ਤੁਸੀਂ 1787 ਤੇ ਕਾਲ ਕੀਤੀ? ਹਾਂਜੀ, ਉਸ ਤੋਂ ਬਾਅਦ ਮੈਂ 1787 ਤੇ ਕਾਲ ਕੀਤੀ ਏ। ਹਫਤਾ ਆ ਗਿਆ ਸੀ ਦਾ ਤੇ ਹਫਤੇ ਨਾਲ ਫਿਰ ਮੈਨੂੰ ਕੋਈ ਨਹੀਂ ਉਹਨਾਂ ਜਵਾਬ ਦੇਣੇ ਆ ਤੈਨੂੰ। ਫਿਰ ਉਹਨਾਂ ਇਤਵਾਰ ਨੂੰ ਮੈਨੂੰ ਆਖਿਆ ਵੀ ਸਵੇਰੇ ਡੀਐਸਪੀ ਤੇ ਪੇਸ਼ ਹੋ। ਫਿਰ ਤੁਸੀਂ ਡੀਐਸਪੀ ਕੋਲ ਚਲੇ ਗਏ? ਹਾਂਜੀ, ਮੈਂ ਡੀਐਸਪੀ ਕੋਲ ਚਲੀ ਗਈ ਤੇ ਡੀਐਸਪੀ ਨੇ ਫਿਰ ਉੱਥੇ ਕਾਲ ਕੀਤੀ, ਥਾਣੇ ਕਾਲ ਕੀਤੀ ਐਸਐਚ ਨੂੰ ਵੀ ਤੁਸੀਂ ਬੀਬੀ ਦਾ ਪਰਚਾ ਕਿਉਂ ਨਹੀਂ ਦਿੰਦੇ ਪਏ। ਉਹਦੇ ਵੇਖੇ ਨਾ ਮੈਡੀਕਲ ਵੀ ਕੋਲ, ਦਰਖਾਸਤ ਵੀ, ਸਾਰਾ ਕੁਛ। ਫਿਰ ਉਹਨਾਂ ਨੂੰ ਪਰਚਾ ਦੇਣਾ, ਫਿਰ ਵੀ ਉਹਨਾਂ 1-2 ਦਿਨ ਟਾਲੀ ਫਿਰੇ ਨੇ। ਜੇ ਉਹਨਾਂ ਪਰਚਾ ਦੇ ਹੀ ਦਿੱਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਮੁਜਰਮਾਂ ਨੂੰ ਫੜਿਆ ਨਹੀਂ ਦਾ। ਮੁਜਰਮ ਨਹੀਂ ਫੜਦੇ ਪਏ? ਹਾਂਜੀ, ਮੁਜਰਮ ਨਹੀਂ ਫੜਦੇ ਪਏ। ਤੇ ਹੁਣ ਮੁਜਰਮ ਤੁਹਾਨੂੰ ਕੀ ਧਮਕੀਆਂ ਲਾ ਰਹੇ ਨੇ, ਕੀ ਕਹਿ ਰਹੇ ਨੇ? ਹੁਣ ਉਹ ਮੈਨੂੰ ਧਮਕੀਆਂ ਲਾਉਂਦੇ ਪਏ ਨੇ। ਸਾਡੇ ਬੂਹੇ ਦੇ ਅੱਗੋਂ ਹੀ ਉਹ ਗੁਜ਼ਰਦੇ ਨੇ, ਹੈਗਾ ਉਹਨਾਂ ਦੇ ਘਰ ਨੇ, ਪਿੱਛਾ ਸਾਡੇ ਨੇ, ਉੱਥੋਂ ਹੀ ਲੰਘਦੇ ਨੇ। ਅਸੀਂ ਇੱਥੇ ਹੀ ਰਹਿਣਾ, ਤੂੰ ਵੀ ਇੱਥੇ ਹੀ ਰਹਿਣਾ ਹੈ ਤੇ ਤੂੰ ਕੁਛ ਕਰ ਤੇ ਸਹੀ, ਤੈਨੂੰ ਅਸੀਂ ਮਾਰ ਦਿਆਂਗੇ, ਇਹ ਕਰ ਲਾਂਗੇ, ਸਾਡਾ ਕਿਸੇ ਨੇ ਕੀ ਕਰ ਲੈਣਾ ਹੈ। ਇਸ ਤਰ੍ਹਾਂ ਧਮਕੀਆਂ ਬਹੁਤ ਜ਼ਿਆਦਾ ਲਾਉਂਦੇ ਪਏ ਨੇ। ਤੇ ਤੁਸੀਂ ਹੁਣ ਡੀਪੀਓ ਕਸੂਰ ਅੱਗੇ, ਆਈਜੀ ਪੰਜਾਬ ਅੱਗੇ ਕੀ ਅਪੀਲ ਕਰਦੇ ਹੋ? ਉਹਨਾਂ ਅੱਗੇ ਹੀ ਅਪੀਲ ਕਰਨੇ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ, ਕਿ ਮੈਨੂੰ ਕੁਛ ਹੋ ਗਿਆ, ਕੱਲ ਨੂੰ ਵਾਧਾ ਘਾਟਾ ਹੋ ਗਿਆ ਤੇ ਉਹਦਾ ਜ਼ਿੰਮੇਦਾਰ ਇਹ ਖੁਦ ਹੋਣਗੇ। 3 ਭਰਾ ਆਏ ਨੇ ਤੇ ਇੱਕ ਇਹਨਾਂ ਦਾ ਵੇਖੇ ਨਾ ਚਾਚੇ ਦਾ ਬੇਟਾ, ਇਹ ਉਹਦਾ ਨਾਂ ਹੈਗਾ ਕਿ ਹਮਜ਼ਾ। ਉਹ ਵੀ ਧਮਕੀਆਂ ਲਾਉਂਦਾ, ਉਹ ਵੀ ਗਾਲਾਂ ਦਿੰਦਾ ਜਾਂਦਾ ਸੀ। ਕਾਫੀ ਲੋਕ ਵੀ ਖੜੇ ਸੁਣਦੇ ਪਏ ਸੀ ਦੇ, ਮਹੱਲੇਦਾਰ ਸੁਣਦੇ ਪਏ? ਹਾਂਜੀ, ਹਾਂਜੀ, ਰਾਹ ਦੇ ਉੱਤੋਂ ਲਗਾ ਜਾਂਦਾ ਸੀ ਤੇ ਧਮਕੀਆਂ ਲਾਉਂਦਾ ਜਾਂਦਾ ਸੀ ਦਾ ਮੈਨੂੰ ਵੀ ਤੂੰ ਬਾਹਰ ਨਿਕਲ, ਤੇ ਮੇਰਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ। ਇੰਨੀ ਯਾਨੀ ਕਿ ਪਰੇਸ਼ਾਨੀ ਕੀਤੀ ਹੋਈ ਨੇ, ਤੁਸੀਂ ਡਰਦੇ ਬਾਹਰ ਨਹੀਂ ਜਾਂਦੇ? ਹਾਂਜੀ, ਹਾਂਜੀ, ਕਿਤੇ ਫਿਰ ਨਾ ਗੱਲ ਪੈ ਜਾਣ। ਹਾਂਜੀ, ਹਾਂਜੀ जी देख लें, यकीनन ये दुख दा लम्हा है।